Hello everyone, welcome back to your own channel MK Brain Tree. So student, आज ਆਪਾਂ ਕਲਾਸ 8 ਦਾ ਲੈਸਨ ਨੰਬਰ 9 ਚਾਰਜ ਫॉर ਲਵ ਦਾ ਐਕਟੀਵਿਟੀਜ਼ ਕਰਾਂਗੇ ਜੋ ਸਾਰੀਆਂ ਸੋਲਵ ਹਨ। ਇੱਕ ਬਹੁਤ ਸੋਹਣੀ ਸਟੋਰੀ ਆ, ਠੀਕ ਹੈ, ਜਿਸ ਦੇ ਵਿੱਚ ਇੱਕ ਲੜਕਾ ਜੋ ਖੁਦ ਲੇਮ ਹੁੰਦਾ, ਮੈਂ ਬਿਲਕੁਲ ਸ਼ਾਰਟ ਦੇ ਵਿੱਚ ਸਮ ਅਪ ਕਰਾਂਗੇ ਬਿਲਕੁਲ, ਠੀਕ ਹੈ। ਤਾਂ ਇੱਕ ਵਾਰੀ ਇੱਕ ਸ਼ੌਪ ਹੁੰਦੀ ਆ ਜਿਸ ਦੇ ਵਿੱਚ ਸ਼ੌਪ ਦਾ ਜਿਹੜਾ ਓਨਰ ਹੁੰਦਾ ਸਾਈਨ ਬੋਰਡ ਲਗਾ ਰਿਹਾ ਹੁੰਦਾ ਕਿ ਪਪਸ ਫॉर ਸੇਲ। ਤਾਂ ਉਹ ਜਿਹੜੇ ਇੱਦਾਂ ਦੇ ਐਡਵਰਟੀਜ਼ਮੈਂਟ ਹੁੰਦੇ ਉਹ ਬੱਚਿਆਂ ਨੂੰ ਬੜਾ ਅਟਰੈਕਟ ਕਰਦੇ ਆ। ਸੇਮ ਇਸੇ ਤਰ੍ਹਾਂ ਜਦੋਂ ਉਹ ਸਾਈਨ ਬੋਰਡ ਹਜੇ ਆਪਣੀ ਸ਼ੌਪ ਦੇ ਬਾਹਰ ਲਗਾ ਰਿਹਾ ਹੁੰਦਾ ਤਾਂ ਉੱਥੋਂ ਦੀ ਇੱਕ ਬੱਚਾ ਜਾ ਰਿਹਾ ਹੁੰਦਾ, ਉਹ ਦੇਖ ਰਿਹਾ ਸੀ ਅਤੇ ਇੱਥੇ ਪਪੀਸ ਆ ਜਿਹੜੇ ਉਹ ਸੇਲ ਹਨ। ਉਹ ਪੁੱਛਦਾ ਜਾ ਕੇ ਦੁਕਾਨ 'ਚ ਐਂਟਰ ਕਰਦਾ ਕਿ ਇਹਨਾਂ ਪਪੀਸ ਦੀ ਕੀ ਕੋਸਟ ਹੈ। ਉਹ ਕਹਿੰਦਾ ਕਿ ਜਿਹੜਾ ਇਹ ਪਪੀ ਇਹਨਾਂ ਦੀ ਕੋਸਟ $30 ਤੋਂ $50 ਦੇ ਵਿੱਚ ਹੈ ਹਰ ਇੱਕ ਪਪੀ ਦੀ। ਉਹ ਕਹਿੰਦਾ ਠੀਕ ਹੈ। ਉਸ ਤੋਂ ਬਾਅਦ ਉਹ ਹੋਰ ਬਹੁਤ ਸਾਰੇ ਪਪੀਸ ਦੇਖਦਾ ਤਾਂ ਉਹ ਜਦੋਂ ਆਪਣੀ ਪੋਕਿਟ ਦੇ ਵਿੱਚ ਹੱਥ ਪਾਉਂਦਾ ਤਾਂ ਉਸ ਕੋਲ ਸਿਰਫ $2 ਉੱਪਰ 37 ਜਿਹਨੂੰ ਆਪਾਂ ਐਜ਼ ਆ ਸੈਂਟ ਵੀ ਕਹਿ ਸਕਦੇ ਹਾਂ, ਹੈ ਨਾ, ਇੰਨੇ ਉਹਦੇ ਕੋਲ ਜਸਟ ਪੈਸੇ ਸੀਗੇ। ਤਾਂ ਉਹ ਇੱਕ ਬਹੁਤ ਸਾਰੇ ਪਪੀਜ਼ ਦੇ ਵਿੱਚੋਂ ਇੱਕ ਉਸ ਨੂੰ ਪਪੀ ਬਹੁਤ ਪਸੰਦ ਹੁੰਦਾ ਜਿਸ ਦਾ ਹਿਪ ਸੌਕੇਟ ਨਹੀਂ ਹੁੰਦਾ, ਮਤਲਬ ਬੈਕ ਸਾਈਡ ਨਹੀਂ ਹੁੰਦੀ ਹੈਗੀ, ਅਤੇ ਉਹ ਲੰਗੜਾ ਕੇ ਤੁਰਦਾ ਹੁੰਦਾ। ਅਤੇ ਜਿਹੜਾ ਉਹ ਬੱਚਾ ਹੁੰਦਾ ਉਸਨੇ ਵੀ ਜੋ ਆਪਣਾ ਟਰਾਊਜ਼ਰ ਆ ਉੱਪਰ ਚੱਕਿਆ, ਆਪਣੀ ਲੈਗ ਨੂੰ ਨੇਕਟ ਕੀਤਾ, ਠੀਕ ਆ। ਤਾਂ ਉਹ ਜਿਹੜਾ ਉਹਦਾ ਸ਼ੂ ਹੁੰਦਾ ਲੈਗ 'ਤੇ ਪਾਉਣ ਵਾਲਾ ਉਹਨੇ ਪਾਇਆ ਅਤੇ ਸ਼ੌਪ ਓਨਰ ਨੂੰ ਉਸਨੇ ਕਿਹਾ ਕਿ ਮੈਨੂੰ ਇਹ ਵਾਲਾ ਪਪੀ ਚਾਹੀਦਾ। ਸ਼ੌਪ ਵਾਲੇ ਜਿਹੜਾ ਮਾਲਕ ਸੀਗਾ ਉਸਨੇ ਕਿਹਾ ਕਿ ਪਪੀ ਦੀ ਕੀਮਤ ਆਮ ਪਪੀਜ਼ ਨਾਲੋਂ ਬਹੁਤ ਘੱਟ ਹੈ ਕਿਉਂਕਿ ਇਹ ਲੰਗੜਾ ਕੇ ਤੁਰਦਾ ਹੈ। ਅਤੇ ਜਦੋਂ ਉਸ ਬੱਚੇ ਨੇ ਆਪਣੇ ਬਾਰੇ ਉਸਨੂੰ ਦੱਸਿਆ, ਦਿਖਾਇਆ ਕਿ ਮੈਂ ਇਸ ਪਪੀ ਨੂੰ ਕਿਉਂ ਖਰੀਦਣਾ ਚਾਹੁੰਦਾ ਤਾਂ ਕਿ ਦੋਨੋਂ ਅਸੀਂ ਇੱਕ ਦੂਸਰੇ ਨੂੰ ਸਮਝ ਸਕੀਏ, ਤਾਂ ਸ਼ੌਪਕੀਪਰ ਜਿਹੜਾ ਬਹੁਤ ਹੀ ਜ਼ਿਆਦਾ ਬੱਚੇ ਤੋਂ ਜਿਹੜਾ ਹੈ ਪ੍ਰਭਾਵਿਤ ਹੁੰਦਾ ਅਤੇ ਉਸ ਨੂੰ ਜਿਹੜਾ ਉਹ ਪਪੀ ਫ੍ਰੀ ਆਫ ਕੋਸਟ ਦੇਣ ਲਈ ਤਿਆਰ ਹੋ ਜਾਂਦਾ ਹੈ। ਉਹ ਕਹਿੰਦਾ ਕਿ ਪਿਆਰ ਦੀ ਕੋਈ ਕੀਮਤ ਨਹੀਂ ਹੈ, ਸੋ ਨੋ ਚਾਰਜ ਫॉर ਲਵ, ਕਿ ਤੇਰਾ ਜਿਹੜਾ ਪਿਆਰ ਆ ਉਸ ਪਪੀ ਪ੍ਰਤੀ ਇੰਨਾ ਜ਼ਿਆਦਾ ਕਿ ਮੈਂ ਇਸ ਦੀ ਕੋਈ ਵੀ ਜਿਹੜੀ ਆ ਕੀਮਤ ਨਹੀਂ ਲਵਾਂਗਾ। ਪਰ ਬੱਚਾ ਉਸ ਨੂੰ ਕਹਿੰਦਾ ਕਿ ਮੈਂ ਤੈਨੂੰ ਇਸ ਦੇ ਜਿਹੜੇ ਆ ਪੈਸੇ ਦੇ ਕੇ ਹੀ ਜਾਵਾਂਗਾ, ਠੀਕ ਹੈ। ਸੋ ਇਸ ਦੇ ਵਿੱਚ ਦਿਖਾਇਆ ਗਿਆ ਕਿ ਇਹ ਨਹੀਂ ਹੈਗਾ ਕਿ ਜੋ ਇਨਸਾਨ ਪਰਫੈਕਟ ਆ ਜਾਂ ਕੋਈ ਐਨੀਮਲ ਪਰਫੈਕਟ ਆ, ਆਪਣੇ ਲਈ ਵੀ ਉਹੀ ਵੈਲਿਊਏਬਲ ਆ, ਠੀਕ ਆ। ਇੱਥੇ ਉਸਨੇ ਦੇਖਿਆ ਕਿ ਅਗਰ ਮੈਂ ਲੇਮ ਆ ਅਤੇ ਪਪੀ ਵੀ ਲੇਮ ਆ, ਅਸੀਂ ਦੋਨੋਂ ਇੱਕ ਦੂਸਰੇ ਨੂੰ ਚੰਗੀ ਤਰ੍ਹਾਂ ਸਮਝ ਸਕਾਂਗੇ, ਸਾਨੂੰ ਇੱਕ ਦੂਸਰੇ ਦੀ ਵੈਲਿਊ ਜਿਹੜੀ ਆ ਅੱਛੀ ਤਰ੍ਹਾਂ ਸਮਝ ਆਏਗੀ, ਠੀਕ ਹੈ। ਤਾਂ ਉਸਨੂੰ ਪਿਆਰ ਕਰਦਾ ਹੈ। ਸੋ ਪਿਆਰ ਦੀ ਜਿਹੜੀ ਆ ਉਹ ਕੋਈ ਕੀਮਤ ਨਹੀਂ ਹੁੰਦੀ, ਚਾਹੇ ਉਹ ਆਪਾਂ ਕਿਸੇ ਵੀ ਹੱਦ ਤੱਕ ਜਾ ਕੇ ਕਰੀਏ, ਚਾਹੇ ਕਿਸੇ ਇਨਸਾਨ ਨੂੰ, ਚਾਹੇ ਕਿਸੇ ਐਨੀਮਲ ਨੂੰ, ਠੀਕ ਹੈ। ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ। ਸੋ ਹੁਣ ਇਸ ਦੇ ਵਿੱਚ ਆਪਾਂ ਦੇਖਾਂਗੇ ਇਸ ਦੇ ਵਰਡ ਮੀਨਿੰਗ। ਸਾਈਨ ਬੋਰਡ ਸੰਕੇਤ ਪੱਟੀ, ਸਵੈਟ ਪਸੀਨਾ, ਹੌਬਲਿੰਗ ਲੰਗੜਾ ਕੇ ਚੱਲਣਾ, ਟਵਿਸਟ ਮੋੜਿਆ ਹੋਇਆ, ਐਡਵਰਟੀਜ਼ ਮਸ਼ਹੂਰੀ ਕਰਨਾ, ਹੈਂਡਫੁਲ ਮੁੱਠੀ ਭਰ, ਵੈਟਰੀਨੇਰੀਅਨ ਪਸ਼ੂ ਡਾਕਟਰ, ਕ੍ਰਿਪਲਡ ਅਪੰਗ, ਸੈਟ ਅਬਾਊਟ ਸ਼ੁਰੂ ਕਰਨਾ, ਇੰਟੈਂਸ਼ਨ ਇਰਾਦਾ, ਡਿਲਾਈਟ ਖੁਸ਼ੀ, ਹਿਪ ਸੌਕੇਟ ਕਮਰ ਸੌਕੇਟ, ਵਰਥ ਕੀਮਤ, ਸਟੀਅਰਿੰਗ ਹਿਲ ਰਿਹਾ, ਬ੍ਰੇਸ ਜਕੜਨ, ਸੈਂਟ ਡਾਲਰ ਦਾ 100ਵਾਂ ਹਿੱਸਾ। ਸੋ ਇਹ ਤੁਹਾਡੇ ਵਰਡ ਮੀਨਿੰਗ ਸੀਗੇ। ਇਸ ਤੋਂ ਬਾਅਦ ਤੁਸੀਂ ਫਰੇਜ਼ਲ ਵਰਬ ਇਸ ਦੀਆਂ ਬਣਾਉਣੀਆਂ ਹੈਗੀਆਂ। ਸੈਟ ਅਬਾਊਟ, ਸਟਾਰਟ ਡੂਇੰਗ ਸਮਥਿੰਗ ਵਿਥ ਵਾਈਗਰ, ਹੈਵ ਅ ਵੇ ਟੂ ਡੂ ਸਮਥਿੰਗ ਵੈਲ ਐਂਡ ਇਫੈਕਟਿਵਲੀ, ਮਤਲਬ ਕਿਸੇ ਵੀ ਕੰਮ ਨੂੰ ਵਧੀਆ ਤਰੀਕੇ ਨਾਲ ਕਰਨਾ। ਲੁੱਕ ਡਾਊਨ,
टू ग्लैंस डाउनवर्ड नीचे वाल देखना, वाइप ऑफ पूंझना टू रिमूव बाय रबिंग, रीच इनटू पहुँच होना टू एक्सटेंड वन हैंड इनसाइड ऑफ समथिंग, पुल आउट बाहर खिंचना विदड्रॉ, होल्ड अप टू होल्ड समथिंग पकड़ना इन अ हाई पोजीशन सो दैट इट कैन बी सीन टू शो समथिंग, लेट आउट अटर अ साउंड आवाज़ जिहड़ी आ वो अटर करनी, मेक वे अलाउ रूम फॉर समवन, स्टैप बैक टू मूव अवे फ्रॉम समवन, कैच अप succeed in reaching someone who is ahead of one। ਇਸ ਤੋਂ ਬਾਅਦ ਅੱਗੇ ਕੁਐਸਚਨ ਆਨਸਰ, ਜਿਸ ਦੇ ਵਿੱਚ ਤੁਸੀਂ ਕੀ ਕਰਨਾ, ਚੂਜ਼ ਦਾ ਕਰੈਕਟ ਆਪਸ਼ਨ ਟੂ ਆਨਸਰ ਦਾ ਫੋਲੋਇੰਗ ਕੁਐਸਚਨ। ਕਰੈਕਟ ਆਪਸ਼ਨ ਤੁਸੀਂ ਯੈਸ ਵੀ ਆਰ ਗੋਇੰਗ ਟੂ ਰਾਈਟ। ਵਾਟ ਡਿਡ ਦਾ ਸ਼ਾਪ ਓਨਰ ਰਾਈਟ ਔਨ ਦਾ ਸਾਈਨ ਬੋਰਡ, ਸਾਈਨ ਬੋਰਡ 'ਤੇ ਕੀ ਲਿਖਿਆ ਸੀ, ਪਪੀਜ਼ ਫॉर ਸੇਲ। ਵਾਟ ਵਾਜ਼ ਦਾ ਨੇਮ ਆਫ ਦਾ ਮਦਰ ਆਫ ਦਾ ਪਪੀਜ਼, ਜਿਹੜੀ ਪਪੀਜ਼ ਦੀ ਮਦਰ ਸੀ ਉਹਦਾ ਨਾਮ ਕੀ ਸੀਗਾ, ਡੋਲੀ। ਹਾਊ ਮੈਨੀ ਪਪੀਜ਼ ਵਰ ਦੇਅਰ ਟੂ ਚੂਜ਼ ਫਰੋਮ, ਕਿੰਨੇ ਪਪੀਜ਼ ਸੀ ਜਿਨ੍ਹਾਂ ਵਿੱਚੋਂ ਚੂਜ਼ ਕਰਨਾ ਸੀਗਾ, 5। ਵਿਚ ਪਪੀ ਡਿਡ ਦਾ ਬॉय ਪਿਕ, ਦਾ ਵਨ ਵਿਦ ਦਾ ਲਿੰਪ, ਜੋ ਲੰਗੜਾ ਕੇ ਤੁਰ ਰਿਹਾ ਸੀ। ਵਾਈ ਡਿਡ ਦਾ ਬॉय ਪਿਕ ਦਾ ਪਪੀ ਵਿਦ ਦਾ ਲਿੰਪ, ਦਾ ਪਪੀ ਸ਼ੋਡ ਹਿਮ ਮੋਰ ਅਫੈਕਸ਼ਨ, ਪਪੀ ਨੇ ਉਸਨੂੰ ਬਹੁਤ ਜ਼ਿਆਦਾ ਪਿਆਰ ਸ਼ੋ ਕੀਤਾ। Why did the shop owner want to take the puppy for free, ਕਿਉਂ ਕਹਿ ਰਿਹਾ ਸੀ ਕਿ ਪਪੀ ਨੂੰ free of cost ਲੈ ਕੇ ਜਾਵੇ। He felt that he should not put a price on love, ਉਸਨੇ ਸੋਚਿਆ ਮਹਿਸੂਸ ਕੀਤਾ ਕਿ ਪਿਆਰ 'ਤੇ ਕੋਈ ਕੀਮਤ ਨਹੀਂ ਹੋਣੀ ਚਾਹੀਦੀ। ਕੁਐਸਚਨ ਆਨਸਰ, who approached the owner of the shop, ਕੌਣ ਆਇਆ ਸੀਗਾ ਮਾਲਕ ਦੀ, owner of the shop ਦੁਕਾਨ 'ਤੇ, a boy approached the shop owner। What was the owner charging for healthy puppies, healthy puppies ਦੇ ਕਿੰਨੇ ਚਾਰਜ ਸੀ, ਸੌਰੀ ਮੈਂ $20 ਕਿਹਾ ਸੀਗਾ, $30 to $50 ਸੀਗਾ ਈਚ ਪਪੀ ਦਾ। ਬੱਚੇ ਕੋਲ ਕਿੰਨਾ ਪੈਸਾ ਸੀ, how much money did the boy have, the boy had $2.37। What problem did the lame puppy have, lame puppy ਦੀ ਕੀ ਪ੍ਰੋਬਲਮ ਸੀ, the lame puppy didn't have a hip socket, it would always be limp, ਹਮੇਸ਼ਾ ਲੰਗੜਾ ਕੇ ਤੁਰੇਗਾ ਕਿਉਂਕਿ ਇਸਦੀ ਹਿਪ ਸੌਕੇਟ ਨਹੀਂ ਸੀ। which puppy was chosen by the little boy and why, ਕਿਹੜਾ ਪੱਪੀ ਚੂਜ਼ ਕੀਤਾ ਗਿਆ ਬੱਚੇ ਦੁਆਰਾ, the puppy chose the lame puppy as he himself was lame, why, he could empathize with its condition, ਕਿਉਂਕਿ ਉਹ ਜਿਹੜੀ ਉਸਦੀ ਕੰਡੀਸ਼ਨ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਸੀਗਾ। Why did the shop owner agree to keep the puppy for free, the shop owner felt that he should not put a price on love, shop owner ਇਸ ਕਰਕੇ ਰੈਡੀ ਹੋ ਗਿਆ ਕਿਉਂਕਿ ਉਸਨੇ ਸੋਚਿਆ ਕਿ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ, ਸੋ ਇਸ ਨੂੰ ਪਪੀ ਆ ਜਿਹੜਾ ਫ੍ਰੀ ਆਫ ਕੋਸਟ ਦੇਣ 'ਤੇ ਤਿਆਰ ਹੋ ਗਿਆ। ਇਸ ਤੋਂ ਬਾਅਦ ਤੁਸੀਂ ਟਰੂ ਫਾਲਸ ਕਰਨਾ, the shop owner wanted to sell kittens, kitten ਵੇਚ ਰਿਹਾ ਸੀਗਾ, ਫਾਲਸ। The shop owner wanted to sell puppies, puppies ਵੇਚ ਰਿਹਾ ਸੀਗਾ, yes, true। The boy was an athlete and needed to pet to exercise with, ਕਹਿੰਦਾ ਜਿਹੜਾ ਬੱਚਾ ਖਿਡਾਰੀ ਸੀ ਅਤੇ ਉਸ ਨੂੰ ਖੇਡਣ ਦੇ ਲਈ ਪੈਟ ਚਾਹੀਦਾ ਸੀ, ਐਕਸਰਸਾਈਜ਼ ਦੇ ਲਈ ਪੈਟ ਚਾਹੀਦਾ ਸੀ, ਗਲਤ। One of the puppy was blind, ਇੱਕ ਪੱਪੀ ਨੂੰ ਦਿਖਦਾ ਨਹੀਂ ਸੀ, ਗਲਤ। The boy had enough money to buy 4 pets, ਕਹਿੰਦਾ ਬੱਚੇ ਕੋਲ ਕਾਫੀ ਪੈਸਾ ਸੀਗਾ 4 ਪੈਟਸ ਖਰੀਦਣ ਲਈ, ਫਾਲਸ। The shop owner insisted that the boy might take the puppy for free, shop owner ਨੇ insist ਕੀਤਾ ਕਿ ਜਿਹੜਾ ਬੱਚਾ ਪਪੀ ਨੂੰ ਫ੍ਰੀ ਲੈ ਕੇ ਜਾਵੇ, true। The boy had a crippled leg, ਬੱਚਾ ਲੰਗੜਾ ਕੇ ਤੁਰਦਾ ਸੀ, yes, crippled leg ਸੀਗੀ। The boy initially came looking for a horse, ਕਹਿੰਦਾ ਬੱਚਾ ਘੋੜੇ ਨੂੰ ਲੱਭਣ ਲਈ ਆਇਆ ਸੀਗਾ, false। ਇੱਕ ਕੰਪਰੀਹੈਂਸ਼ਨ ਤੁਹਾਡੇ ਬੇਸਿਸ ਜਿਹੜੇ ਆ ਕੁਐਸਚਨ ਆਨਸਰ ਆ। ਹਾਊ ਡਜ਼ ਡੇਂਗੀ ਸਪਰੈਡ, ਡੇਂਗੀ ਕਿੱਦਾਂ ਫੈਲਦਾ, ਦ ਬਾਈਟ ਆਫ ਐਨ ਏਡੀਜ਼ ਮੋਸਕੀਟੋਸ, ਮੋਸਕੀਟੋ ਏਡੀਜ਼ ਦੇ ਬਾਈਟ ਕਰਨ ਦੇ ਨਾਲ। ਹਾਊ ਕੈਨ ਯੂ ਪ੍ਰੀਵੈਂਟ ਡੇਂਗੀ, ਡੇਂਗੂ ਨੂੰ ਆਪਾਂ ਕਿੱਦਾਂ ਰੋਕ ਸਕਦੇ ਹਾਂ, ਵੀ ਸ਼ੁੱਡ ਵੀਅਰ ਲੌਂਗ ਸਲੀਵ ਕਲੋਥਸ ਟੂ ਪ੍ਰੀਵੈਂਟ ਮੋਸਕੀਟੋ ਬਾਈਟਸ, ਲੰਬੀਆਂ ਜਿਹੜੀਆਂ ਬਾਹਾਂ ਵਾਲੀਆਂ ਬਾਜੂ ਵਾਲੀਆਂ ਆਪਾਂ ਨੂੰ ਕੱਪੜੇ ਪਾਉਣੇ ਚਾਹੀਦੇ ਹਨ। ਵਟ ਆਰ ਦ ਸਿੰਪਟਮਸ ਆਫ ਡੇਂਗੀ, ਡੇਂਗੀ ਦੇ ਸਿੰਪਟਮਸ ਕੀ ਹੁੰਦੇ ਆ,
द सिम्टम्स ऑफ द डेंगी आर सडन हाई फीवर, अचानक तेज बुखार होना, सीवियर हेडेक, पेन बिहाइंड द आईज, severe muscle pain, fatigue, nausea, vomiting, skin pressure, mild bleed। ये सारे ਇਹਦੇ सिम्टम्स ਹਨ। ਕਰੈਕਟ ਆਪਸ਼ਨ ਚੂਜ਼ ਕਰਨੀ ਆ। ਦ ਸਿਮਟਮਸ ਆਫ ਡੇਂਗੀ ਲਾਸਟ ਅਪ ਟੂ ਡੈਸ਼ ਡੇਜ਼, ਕਿੰਨੇ ਦਿਨ ਤੱਕ ਸਿਮਟਮਸ ਰਹਿੰਦੇ ਆ? ਅਪ ਟੂ 10 ਡੇਜ਼। ਦ ਸਿਮਟਮਸ ਆਫ ਡੇਂਗੀ ਆਰ, ਡੇਂਗੀ ਦੇ ਸਿਮਟਮਸ ਆਪਾਂ ਹੁਣੇ ਪੜ੍ਹਿਆ, ਹਾਈ ਫੀਵਰ, ਫੈਟੀਗ, ਵੋਮਟਿੰਗ, ਸੀਵੀਅਰ ਹੈਡੇਕ, ਆਲ ਆਫ ਥੀਸ ਸਾਰੇ। ਇਸ ਤੋਂ ਬਾਅਦ ਤੁਹਾਡਾ ਸਿੰਪਲ ਪਾਸਟ ਟੈਂਸ ਤੁਸੀਂ ਫਿਲਅਪਸ ਭਰਨੇ ਸਾਰੇ, ਜਿੱਦਾਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ। ਉਸ ਤੋਂ ਬਾਅਦ ਐਕਟੀਵਿਟੀ ਨੰਬਰ 8, ਜਿਸ ਦੇ ਵਿੱਚ ਤੁਸੀਂ ਸਿੰਪਲ ਪਾਸਟ, ਪਾਸਟ ਕੰਟੀਨਿਊਸ ਅਤੇ ਪਾਸਟ ਪਰਫੈਕਟ ਕੰਟੀਨਿਊਸ ਨੂੰ ਤੁਸੀਂ ਫਿਲ ਕਰਨਾ ਹੈ। ਐਗਜ਼ਾਮਪਲ, ਪਹਿਲਾ ਸੈਂਟੈਂਸ ਤੁਹਾਡਾ 100 ਲੱਗਿਆ ਹੈ, ਪਾਸਟ ਦਾ ਹੈਗਾ। ਦੂਸਰਾ ਵੀ ਤੁਹਾਡਾ ਪਾਸਟ ਹੈਗਾ, ਸਿੰਪਲ ਪਾਸਟ। ਤੀਸਰਾ ਤੁਹਾਡਾ ਹੈਗਾ ਪਾਸਟ ਪਰਫੈਕਟ। ਚੌਥੇ ਦੇ ਵਿੱਚ ਹੈਗਾ ਪਾਸਟ ਕੰਟੀਨਿਊਸ ਅਤੇ ਵਰਬ ਦੀ ਪਹਿਲੀ ਫਾਰਮ ਨਾਲ ING। ਪੰਜਵਾਂ ਤੁਹਾਡਾ ਸਿੰਪਲ ਪਾਸਟ। ਛੇਵਾਂ ਵੀ ਸਿੰਪਲ ਪਾਸਟ। ਸੱਤਵਾਂ ਵੀ ਸਿੰਪਲ ਪਾਸਟ। ਅੱਠਵਾਂ ਪਾਸਟ ਕੰਟੀਨਿਊਸ। 9th ਵੀ ਸਿੰਪਲ ਪਾਸਟ ਹੈ। 10th ਸਿੰਪਲ ਪਾਸਟ। 11th ਪ੍ਰੈਜ਼ੈਂਟ ਪਾਸਟ ਪਰਫੈਕਟ। 12th 13th ਪਾਸਟ ਪਰਫੈਕਟ। 14th ਪਾਸਟ ਪਰਫੈਕਟ। 15th ਤੁਹਾਡਾ ਹੈਗਾ ਸਿੰਪਲ ਪਾਸਟ। 16th ਪਾਸਟ ਪਰਫੈਕਟ। 17th ਸਿੰਪਲ ਪਾਸਟ। 18th ਤੁਹਾਡਾ ਪਾਸਟ ਕੰਟੀਨਿਊਸ। 19th ਤੁਹਾਡਾ ਪਾਸਟ ਪਰਫੈਕਟ ਐਂਡ 20th ਤੁਹਾਡਾ ਸਿੰਪਲ ਪਾਸਟ। ਇਸ 'ਚ ਤੁਹਾਨੂੰ ਰੂਲਸ ਤੁਹਾਨੂੰ ਬਾਅਦ ਵਿੱਚ ਕਰਾਏ ਜਾਣਗੇ। ਇਸ ਤੋਂ ਬਾਅਦ ਤੁਸੀਂ ਸਿੰਪਲ ਫਿਊਚਰ ਟੈਂਸ, ਜਿਹਦੇ ਵਿੱਚ ਤੁਸੀਂ ਹਮੇਸ਼ਾ ਵਿਲ ਯੂਜ਼ ਕਰੋਗੇ। ਵਿਲ ਪਲੱਸ ਵਰਬ ਦੀ ਪਹਿਲੀ ਫਾਰਮ। ਯੂ ਵਿਲ ਅਰਨ ਅ ਲੋਟ ਆਫ ਮਨੀ, ਯੂ ਵਿਲ ਟਰੈਵਲ, ਯੂ ਵਿਲ ਮੇਚ, everybody will adore you, you will not have any problems, many people will serve you, they will anticipate, there will not be anything left to wish for, everything will be perfect, but all these things will happen only if you marry me। ਇਸ ਸਾਰਿਆਂ ਦੇ ਵਿੱਚ ਫਿਊਚਰ ਟੈਂਸ ਲੱਗਾ, ਜਿਹਦੇ ਵਿੱਚ ਤੁਸੀਂ ਵਰਬ ਦੀ ਪਹਿਲੀ ਫਾਰਮ ਪਲੱਸ ਵੈਲ ਐਂਡ ਸ਼ੈਲ ਯੂਜ਼ ਕਰਦੇ ਆ। ਇਸ ਤੋਂ ਬਾਅਦ ਤੁਸੀਂ ਦੇਖੋਗੇ ਕਰੈਕਟ ਫਾਰਮ ਆਫ ਦਾ ਵਰਬ ਭਰਨੀ ਆ। ਇਹਦੇ ਵਿੱਚ ਵੀ ਸਾਰੀਆਂ ਤੁਹਾਡੀਆਂ ਮਿਕਸ ਹੈ, ਸਿੰਪਲ ਪਾਸਟ, ਪ੍ਰੈਜ਼ੈਂਟ, ਫਿਊਚਰ ਐਂਡ ਤੁਹਾਡਾ ਪਾਸਟ ਪਰਫੈਕਟ ਹੈਗਾ। ਯੂ ਕੈਨ ਸੀ ਵੈਰੀ ਕੇਅਰਫੁਲੀ। ਉਸ ਤੋਂ ਬਾਅਦ ਤੁਸੀਂ ਐਕਟੀਵਿਟੀ ਨੰਬਰ 11 ਕਰਨਾ, ਜਿਸ ਦੇ ਵਿੱਚ ਇੱਕ ਮੈਸੇਜ ਆ, ਯੋਰ ਫਾਦਰ ਇਜ਼ ਇਨ ਡੈਲੀ ਐਂਡ ਹੈਜ਼ ਫੋਰਗਟਨ ਟੂ ਟੇਕ ਹਿਜ਼ ਮੋਬਾਈਲ ਫੋਨ, ਹੀ ਹੈਜ਼ ਅਨਦਰ ਮੋਬਾਈਲ ਫੋਨ ਵਿਦ ਹਿਮ, ਮੇਕ ਨੋਟਸ ਆਫ ਵਟ ਯੂ ਹੀਅਰ। ਇਸ ਦੇ ਵਿੱਚ ਤੁਸੀਂ ਨੋਟਸ ਬਣਾਉਣੇ ਆ, ਵੋਇਸ ਮੈਸੇਜ ਅਤੇ ਟੈਕਸਟ ਮੈਸੇਜ ਦੇ। ਯੂ ਕੈਨ ਚੈੱਕ। ਉਸ ਤੋਂ ਬਾਅਦ ਐਕਟੀਵਿਟੀ ਨੰਬਰ 12, ਜਿਸ ਦੇ ਵਿੱਚ ਤੁਹਾਨੂੰ look at the pictures of the food given below. These foods are from different countries. Identify the food and the country it comes from and speak 5 sentences on any one of the food। ਤੁਸੀਂ ਕੋਈ ਵੀ 5 ਫੂਡ ਚੂਜ਼ ਕਰਨੇ ਆ ਅਤੇ ਉਸ ਦੇ ਬਾਰੇ ਤੁਸੀਂ ਡਿਫਰੈਂਟ ਕੰਟਰੀਜ਼ ਦੇ ਆਈਡੈਂਟੀਫਾਈ ਕਰਕੇ ਉਸ ਦੇ ਬਾਰੇ 5 ਸੈਂਟੈਂਸ ਯੂ ਹੈਵ ਟੂ ਸਪੀਕ। ਉਸ ਤੋਂ ਬਾਅਦ ਇੱਕ ਪੈਰਾਗ੍ਰਾਫ ਲਿਖਣਾ ਚਾਰਜ ਫॉर ਲਵ ਦੇ ਬਾਰੇ। ਸੋ ਤੁਹਾਨੂੰ ਕੁਛ ਕੁ ਇਹਦੇ ਡਿਸਕ੍ਰਾਈਬਿੰਗ ਜਿਹੜੇ ਆ ਪੁਆਇੰਟਸ ਮਿਲੇ ਹੋਏ ਆ। ਸੋ ਤੁਸੀਂ ਇਸ ਤੋਂ ਜਿਹੜੇ ਆ ਯੂ ਕੈਨ ਚੈੱਕ ਦ ਪੈਰਾਗ੍ਰਾਫ ਰਾਈਟਿੰਗ। ਇਸ ਤੋਂ ਬਾਅਦ ਤੁਹਾਡੀ ਅੱਗੇ ਰੀਰਾਈਟ ਅ ਪਾਰਟ ਆਫ ਦਾ ਸਟੋਰੀ ਯੂ ਹੈਵ ਰੈਡ ਇਨ ਦਾ ਫਾਰਮ ਆਫ ਅ ਸ਼ੋਰਟ ਡਾਇਲੋਗ ਬਿਟਵੀਨ ਦਾ ਸ਼ੌਪ ਓਨਰ ਐਂਡ ਦਾ ਲਿਟਲ ਬॉय। ਤੁਸੀਂ ਕੀ ਕਰਨਾ, ਇੱਕ ਰੀਰਾਈਟ ਕਰਨਾ ਪਾਰਟ ਆਫ ਦਾ ਸਟੋਰੀ, ਠੀਕ ਹੈ। ਇਸ ਦੇ ਵਿੱਚ ਡਾਇਲੋਗਸ ਦਿੱਤੇ ਹੋਏ ਆ ਲਿਟਲ ਬॉय ਅਤੇ ਸ਼ੌਪ ਓਨਰ ਦੇ, ਠੀਕ ਹੈ। ਇਹ ਤੁਹਾਡਾ ਜਿਹੜਾ ਲੈਸਨ ਸੀਗਾ ਚਾਰਜ ਫॉर ਲਵ ਸੀ। ਆਈ ਹੋਪ ਜੋ ਤੁਹਾਨੂੰ ਆ ਇਸ ਦੀ ਕਲੈਰਿਟੀ ਹੋ ਗਈ ਹੋਵੇਗੀ। ਸੋ ਜਿਹੜੇ ਬੱਚੇ ਪਹਿਲੀ ਵਾਰ ਇਸ ਚੈਨਲ ਨੂੰ ਵਿਜ਼ਿਟ ਕਰ ਰਹੇ ਹਨ, ਪਲੀਜ਼ ਸਬਸਕ੍ਰਾਈਬ ਦਿਸ ਚੈਨਲ, ਲਾਈਕ ਐਂਡ ਸ਼ੇਅਰ ਦਾ ਵੀਡੀਓ। ਥੈਂਕ ਯੂ ਸੋ ਮਚ ਟੂ ਵਾਚ ਦਿਸ ਵੀਡੀਓ।